हेलो एवरीवन, वेलकम टू सीबीसी अकेडमी अबोर। मैं हाँ अरुण तनेजा। ਅੱਜ ਆਪਾਂ ਫਿਰ ਕੰਟੀਨਿਊ ਕਰਾਂਗੇ ਮੋਸਟ ਇੰਪੋਰਟੈਂਟ ਜੀਐਸ ਕੁਐਸਚਨ ਫॉर ਪੀਸੀਐਸ 2020। ਇਹ ਆਪਣੀ ਸੀਰੀਜ਼ ਦਾ 10ਵਾਂ ਪਾਰਟ ਹੈ। ਜਿਹੜੇ ਪਹਿਲਾਂ ਆਪਾਂ 9 ਪਾਰਟ ਕਰਵਾ ਚੁੱਕੇ ਆ ਉਹਨਾਂ ਨੂੰ ਜਾ ਕੇ ਜ਼ਰੂਰ ਵੇਖੋ ਤੇ ਤੁਸੀਂ ਜਿੰਨੇ ਵੀ ਹੁਣ ਕਨਸੈਪਟ ਪੜੋਗੇ ਕਿਤੇ ਨਾ ਕਿਤੇ ਪੁਰਾਣੀ ਸੀਰੀਜ਼ ਦੇ ਨਾਲ ਇੰਟਰ ਰਿਲੇਟਡ ਹੋਣਗੇ। ਸੋ ਪੁਰਾਣੀਆਂ ਸੀਰੀਜ਼ ਜਾ ਕੇ ਜ਼ਰੂਰ ਵੇਖੋ ਤੇ ਆਪਣੇ ਰਿਵਿਊਜ਼ ਦਿਓ। ਸੋ ਆਪਾਂ ਅੱਜ ਦਾ ਪਹਿਲਾ ਕੁਐਸਚਨ ਸਟਾਰਟ ਕਰਦੇ ਆ। ਸੋ ਆਪਣਾ ਪਹਿਲਾ ਕੁਐਸਚਨ ਹੈ, ਵਿਚ ਵਨ ਆਫ ਦਾ ਫੋਲੋਇੰਗ ਵਾਜ਼ ਅ ਕਾਰਪੋਰੇਸ਼ਨ ਆਫ ਮਰਚੈਂਟ ਇਨ ਐਂਸ਼ੀਅੰਟ ਇੰਡੀਆ। ਵੀ ਚਾਰਾਂ ਆਪਸ਼ਨ ਚੋਂ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਮਰਚੈਂਟ ਦੀ ਕਾਰਪੋਰੇਸ਼ਨ ਸੀਗੀ ਜਾਂ ਕਹਿ ਸਕਦੇ ਹਾਂ ਮਰਚੈਂਟ ਦਾ ਸਮੂਹ ਸੀਗਾ। ਸੋ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਹੈ। ਚਤੁਰਵਿੰਗਲਮ, ਬੀ ਆਪਸ਼ਨ ਹੈ ਪ੍ਰੀਸ਼ਦ, ਸੀ ਆਪਸ਼ਨ ਹੈ ਅਸ਼ਦਿਗਜਾ, ਡੀ ਆਪਸ਼ਨ ਹੈ ਮਨੀਗ੍ਰਾਮਮ। ਜਿਹੜਾ ਆਪਣਾ ਆਨਸਰ ਰਹੂਗਾ ਉਹ ਰਹੂਗਾ ਮਨੀਗ੍ਰਾਮਮ। ਮਨੀਗ੍ਰਾਮਮ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਸੀਗੀ ਜਿਹੜੀ ਮਰਚੈਂਟ ਦੀ ਆਰਗੇਨਾਈਜੇਸ਼ਨ ਸੀਗੀ। ਸੋ ਆਪਾਂ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ ਇਹਦੇ ਬਾਰੇ। ਮਨੀਗ੍ਰਾਮਮ ਵਾਜ਼ ਅ ਕਾਰਪੋਰੇਸ਼ਨ ਆਫ ਮਰਚੈਂਟ ਇਨ ਐਂਸ਼ੀਅੰਟ ਸਾਊਥ ਇੰਡੀਆ। Southern Indian trade guilds were formed in order to organize and expand their trading activities। ਜਿਹੜੀ ਸਾਊਥ ਇੰਡੀਆ ਦੇ ਵਿੱਚ ਟ੍ਰੇਡਿੰਗ ਐਕਟੀਵਿਟੀਜ਼ ਹੋ ਰਹੀਆਂ ਸੀਗੀਆਂ ਉਹ ਗਿਲਡਸ ਦੇ ਦੁਆਰਾ ਹੋ ਰਹੀਆਂ ਸੀਗੀਆਂ ਜਾਂ ਕਹਿ ਸਕਦੇ ਹਾਂ ਵੀ ਛੋਟੀ ਛੋਟੀ ਆਰਗੇਨਾਈਜੇਸ਼ਨ ਦੇ ਦੁਆਰਾ ਹੋ ਰਹੀਆਂ ਸੀਗੀਆਂ। ਉਹਨਾਂ ਵਿੱਚੋਂ ਇੱਕ ਆਰਗੇਨਾਈਜੇਸ਼ਨ ਸੀਗੀ ਮਨੀਗ੍ਰਾਮਮ। ਇਹ ਸਾਰੀਆਂ ਆਰਗੇਨਾਈਜੇਸ਼ਨ ਬਣੀਆਂ ਸੀਗੀਆਂ ਚੋਲਾ ਟਾਈਮ ਤੇ। ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਿਹੜਾ ਚੋਲਾ ਟਾਈਮ ਸੀਗਾ ਉਹ 800 ਏਡੀ ਤੋਂ ਲੈ ਕੇ 1200 ਏਡੀ ਤੱਕ ਸੀਗਾ। ਇਹ ਕਿੱਥੇ ਪਾਏ ਜਾਂਦੇ ਸੀ ਚੋਲਾ? ਇਹ ਪਾਏ ਜਾਂਦੇ ਸੀਗੇ ਸਾਊਥ ਇੰਡੀਆ ਦੇ ਵਿੱਚ। ਸਾਊਥ ਇੰਡੀਆ ਵਿੱਚ ਕਿੱਥੇ? ਤਾਮਿਲਨਾਡੂ ਦੇ ਵਿੱਚ। ਜਿਹੜੀ ਇਹਨਾਂ ਦੀ ਕੈਪੀਟਲ ਸੀਗੀ ਉਹ ਸੀਗੀ ਤੰਜੌਰ ਜਾਂ ਕਹਿ ਸਕਦੇ ਹਾਂ ਥੰਜਾਪੁਰ। ਬਹੁਤ ਇੰਪੋਰਟੈਂਟ ਗੱਲਾਂ ਦੱਸੀਆਂ। ਜਿਹੜੇ ਇਹਨਾਂ ਦੇ ਇੰਪੋਰਟੈਂਟ ਰਾਜੇ ਸੀਗੇ ਚੋਲਾ ਟਾਈਮ ਦੇ ਉਹ ਸੀਗੇ ਰਾਜਾ ਰਾਜ 1 ਅਤੇ ਰਜਿੰਦਰਾ 1। ਜਿਹੜਾ ਰਾਜਾ ਰਾਜ 1 ਨੇ ਟੈਂਪਲ ਬਣਾਇਆ ਸੀ ਉਹਦਾ ਨਾਮ ਸੀਗਾ ਬ੍ਰਿਹਦੇਸ਼ਵਰਾ ਟੈਂਪਲ। ਜਿਹੜਾ ਰਜਿੰਦਰਾ 1 ਦੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਬਣਾਈ ਸੀਗੀ ਉਹ ਸੀਗੀ ਗੰਗਈ ਕੋਂਡਾ ਚੋਲਾਪੁਰਮ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਚੋਲਾ ਬਾਰੇ ਆਪਾਂ ਸਾਰਾ ਕੁਝ ਪੜ੍ਹ ਲਿਆ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਹੁਣ। ਨੈਕਸਟ ਹੈ ਜੀ ਐਜੂਕੇਟਿਡ ਮਿਡਲ ਕਲਾਸ ਇਨ ਇੰਡੀਆ। ਆਪਣੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਹੈ ਵੀ ਜਿਹੜੀ ਆਪਣੀ ਪੜ੍ਹੀ ਲਿਖੀ ਕਲਾਸ ਸੀਗੀ ਇੰਡੀਆ ਦੇ ਵਿੱਚ। ਈ ਅਪੋਜ਼ ਦਾ ਰਿਵੋਲਟ ਆਫ 1857, ਬੀ ਸਪੋਰਟਿਡ ਦਾ ਰਿਵੋਲਟ ਆਫ 1857, ਸੀ ਆਪਸ਼ਨ ਹੈ ਰਿਮੇਨ ਨਿਊਟਰਲ ਟੂ ਦਾ ਰਿਵੋਲਟ ਆਫ 1857, ਡੀ ਆਪਸ਼ਨ ਹੈ ਫੋਟ ਅਗੇਂਸਟ ਦਾ ਨੇਟਿਵ ਰੂਲਰਸ। ਸੋ ਜਿਹੜੀ ਆਪਣੀ ਮਿਡਲ ਕਲਾਸ ਸੀਗੀ ਜਾਂ ਪੜ੍ਹੀ ਲਿਖੀ ਕਲਾਸ ਸੀਗੀ 1850 1857 ਦੇ ਟਾਈਮ, ਸੋ ਉਹਨਾਂ ਨੇ ਜਿਹੜਾ 1857 ਦੇ ਰਿਵੋਲਟ ਨੂੰ ਸਪੋਰਟ ਕੀਤਾ ਜਾਂ ਉਹਦਾ ਅਗੇਂਸਟ ਸੀਗੇ ਜਾਂ ਜਾ ਕੇ ਲੜਨ ਲੱਗ ਪਏ ਸੀਗੇ। ਇਹ ਲੇਟੈਸਟ ਹੀ ਆਪਣਾ ਜਿਹੜਾ ਹਰਿਆਣਾ PCS ਦਾ 2019 ਦਾ ਪੇਪਰ ਹੋਇਆ ਸੀ ਉਹਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਅਤੇ ਇਸ ਨੂੰ UPSC ਨੇ ਵੀ ਪੁੱਛਿਆ ਹੋਇਆ ਹੈ। ਸੋ ਜਿਹੜਾ ਆਪਣਾ ਆਨਸਰ ਰਹੂਗਾ ਰਿਮੇਨ ਨਿਊਟਰਲ ਟੂ ਦਾ ਰਿਵੋਲਟ ਆਫ 1857। ਜਿਹੜੀ ਆਪਣੀ ਪੜ੍ਹੀ ਲਿਖੀ ਕਲਾਸ ਹੈ, ਪੜ੍ਹੀ ਲਿਖੀ ਮਿਡਲ ਕਲਾਸ ਸੀਗੀ 1857 ਦੇ ਟਾਈਮ 'ਤੇ, ਉਹ ਨਿਊਟਰਲ ਸੀਗੀ ਰਿਵੋਲਟ ਦੇ। ਨਾ ਉਹ ਰਿਵੋਲਟ ਦੇ ਅਗੇਂਸਟ ਸੀਗੀ ਨਾ ਹੀ ਰਿਵੋਲਟ ਦੇ ਪੱਖ ਵਿੱਚ ਸੀਗੀ, ਕਿਉਂਕਿ ਉਹ ਜ਼ਿਆਦਾ ਅਵੇਅਰ ਨਹੀਂ ਸੀਗੇ ਬ੍ਰਿਟਿਸ਼ਰਸ ਦੀਆਂ ਜਿਹੜੀਆਂ ਵੀ ਐਕਟੀਵਿਟੀਜ਼ ਸੀਗੀਆਂ। ਉਹ ਕਿਤੇ ਨਾ ਕਿਤੇ ਸਪੋਰਟ ਕਰ ਰਹੇ ਸੀਗੇ ਬ੍ਰਿਟਿਸ਼ਰਸ ਦੀ ਐਕਟੀਵਿਟੀਜ਼ ਨੂੰ, ਪਰ ਉਹ ਆਪਣੇ ਜਿਹੜੇ ਇੰਡੀਅਨਸ ਦੀ ਐਕਟੀਵਿਟੀਜ਼ ਨਹੀਂ ਸੀਗੀਆਂ ਉਹਨਾਂ ਦੇ ਅਗੇਂਸਟ ਵੀ ਨਹੀਂ ਸੀਗੇ। ਸੋ ਇਸ ਲਈ ਰਿਮੇਨਸ ਨਿਊਟਰਲ ਟੂ ਦਾ ਰਿਵੋਲਟ। ਮੈਂ ਤੁਹਾਨੂੰ ਕੁਛ ਗੱਲਾਂ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਵੀ ਜਿਹੜਾ 1857 ਦਾ ਰਿਵੋਲਟ ਹੈ ਕਿਹੜੇ ਲੋਰਡ ਦੇ ਟਾਈਮ ਹੋਇਆ ਸੀਗਾ? ਤਾਂ ਲੋਰਡ ਕੈਨਿੰਗ ਦੇ ਟਾਈਮ 'ਤੇ ਹੋਇਆ ਸੀਗਾ ਜਿਹੜਾ 1857 ਦਾ ਰਿਵੋਲਟ ਹੈ। ਪਰ ਜਿਹੜੇ ਕਾਰਨ ਬਣੇ ਸੀਗੇ ਉਹ ਲੋਰਡ ਡਲਹੌਜ਼ੀ ਦੀ ਦੀਆਂ ਬ੍ਰਿਟਲ ਪਾਲਿਸੀ ਸੀ ਜਾਂ ਕਹਿ ਸਕਦੇ ਹਾਂ ਓਪਰੈਸਿਵ ਪਾਲਿਸੀ ਸੀਗੀਆਂ, ਉਸ ਕਾਰਨ ਹੋਇਆ ਸੀਗਾ 1857 ਦਾ ਰਿਵੋਲਟ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। 1857 ਦਾ ਰਿਵੋਲਟ ਅਸੀਂ ਬਹੁਤ ਹੀ ਡਿਟੇਲ ਵੇ ਦੇ ਨਾਲ ਪੜ੍ਹਿਆ ਹੋਇਆ ਆਪਣੀ ਕਲਾਸਿਸ ਦੇ ਵਿੱਚ। ਸੋ ਸਾਡੇ ਪੇਡ ਕੋਰਸਿਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਪ੍ਰੋਪਰ ਡਿਟੇਲ ਸਟੱਡੀ ਲਈ। ਜਿਹੜੀ ਮਾਡਰਨ ਹਿਸਟਰੀ ਦੀ ਇੱਕਦਮ ਮਾਡਰਨ ਹਿਸਟਰੀ ਨੂੰ ਬਹੁਤ ਹੀ ਆਪਾਂ ਡਿਟੇਲ ਵਿੱਚ ਆਪਾਂ ਸਟੱਡੀ ਕੀਤਾ ਹੋਇਆ। ਸੋ ਲੋਰਡ ਡਲਹੌਜ਼ੀ ਬਾਰੇ ਆਪਾਂ ਪੜ੍ਹਿਆ, ਲੋਰਡ ਕੈਨਿੰਗ ਬਾਰੇ ਪੜ੍ਹਿਆ, ਸਾਰੀਆਂ ਗੱਲਾਂ ਬਹੁਤ ਹੀ ਡਿਟੇਲ ਵੇ ਦੇ ਵਿੱਚ ਕਰਵਾ ਰੱਖੀਆਂ ਆਪਾਂ। ਸੋ ਜਿਹੜੀ ਐਜੂਕੇਟਿਡ ਮਿਡਲ ਕਲਾਸ ਹੈ 1857 ਦੇ ਵਿੱਚ ਨਾ ਉਹ ਰਿਵੋਲਟ ਦੇ ਵਿੱਚ ਪਾਰਟੀਸਪੇਟ ਕਰ ਰਹੀ ਸੀ ਨਾ ਉਹਦੇ ਅਗੇਂਸਟ ਸੀਗੀ। ਸੋ ਕੱਲ੍ਹ ਨੂੰ UPSC ਵੀ ਇਸ ਕੁਐਸਚਨ ਨੂੰ ਪੁੱਛ ਸਕਦਾ ਹੈ। ਸੋ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ ਜੀ। ਨੈਕਸਟ ਕੁਐਸਚਨ ਹੈ ਅਭਿਨਵ ਭਾਰਤ ਏ ਸੀਕ੍ਰੇਟ ਸੁਸਾਇਟੀ ਆਫ ਦਾ ਰੈਵੋਲੂਸ਼ਨਰੀਜ਼ ਵਰ ਆਰਗੇਨਾਈਜ਼ਡ ਬਾਏ ਦਾ। ਜਿਹੜੀ ਆਪਣੀ ਅਭਿਨਵ ਭਾਰਤ ਸੁਸਾਇਟੀ ਹੈ ਉਹ ਕਿਹਨੇ ਫਾਰਮ ਕੀਤੀ ਸੀਗੀ? ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ। ਖੁਦੀਰਾਮ ਬੋਸ, ਬੀ ਹੈ ਵਿਡੀ ਸਵਰਕਰ, ਸੀ ਹੈ ਪ੍ਰਫੁੱਲ ਚੱਕੀ, ਡੀ ਹੈ ਭਗਤ ਸਿੰਘ। ਜਿਹੜੀ ਅਭਿਨਵ ਭਾਰਤ ਸੁਸਾਇਟੀ ਹੈ ਉਹ ਫਾਰਮ ਕੀਤੀ ਸੀਗੀ VD ਸਵਰਕਰ ਨੇ। ਬਹੁਤ ਹੀ ਇੰਪੋਰਟੈਂਟ ਪਰਸਨ ਸੀਗੇ VD ਸਵਰਕਰ। ਥੋੜ੍ਹੀ ਜਿਹੀ ਆਪਾਂ ਐਕਸਪਲੇਨੇਸ਼ਨ ਹੀ ਪੜ੍ਹ ਲੈਂਦੇ ਹਾਂ। ਅਭਿਨਵ ਭਾਰਤ ਸੁਸਾਇਟੀ ਆਲਸੋ ਨੋਨ ਐਜ਼ ਦਾ ਯੰਗ ਇੰਡੀਆ ਸੁਸਾਇਟੀ ਵਾਜ਼ ਫਾਊਂਡਡ ਬਾਏ ਦਾ ਵਿਨਾਇਕ ਦਮੋਦਰ ਸਵਰਕਰ ਜਾਂ ਕਹਿ ਸਕਦੇ ਹਾਂ VD ਸਵਰਕਰ ਹਿਜ਼ ਬ੍ਰਦਰ ਗਣੇਸ਼ ਦਮੋਦਰ ਸਵਰਕਰ। ਕੱਲ੍ਹ ਨੂੰ ਇਹ ਪੁੱਛਿਆ ਜਾ ਸਕਦਾ ਹੈ ਵੀ ਗਣੇਸ਼ ਦਮੋਦਰ ਸਵਰਕਰ ਨੇ ਫਾਰਮ ਕੀਤੀ ਸੀ ਜਾਂ VD ਸਵਰਕਰ ਨੇ? ਇਹ ਦੋਨਾਂ ਨੇ ਮਿਲ ਕੇ ਹੀ ਫਾਰਮ ਕੀਤੀ ਸੀਗੀ ਅਭਿਨਵ ਭਾਰਤ ਸੁਸਾਇਟੀ। ਬਹੁਤ ਹੀ
ਪ੍ਰੋਮੀਨੈਂਟ ਰੋਲ ਇਹਨੇ ਪਲੇ ਕੀਤਾ ਹੈ ਆਪਣੀ ਜਿਹੜੀ ਫਰੀडम ਸਟਰਗਲ ਹੈ ਉਹਦੇ ਵਿੱਚ। ਕਦੋਂ ਫਾਰਮ ਹੋਈ ਸੀਗੀ? 1903 ਦੇ ਵਿੱਚ ਫਾਰਮ ਹੋਈ ਸੀ। ਇਹ ਵੀ ਆਪਾਂ ਯਾਦ ਰੱਖਣਾ ਹੈ ਕਿਉਂਕਿ ਜਿਹੜਾ ਆਪਣਾ ਹਰਿਆਣਾ ਦਾ PCS ਹੋਇਆ ਸੀਗਾ ਉਹਦੇ ਵਿੱਚ ਪੁੱਛਿਆ ਗਿਆ ਸੀਗਾ ਜਿਹੜੀ ਆਪਣੀ ਪੁਣੇ ਸਵਰਾਜਨਿਕ ਸਭਾ ਹੈ ਉਹ ਕਦੋਂ ਫਾਰਮ ਹੋਈ ਸੀਗੀ। ਇਸੇ ਤਰ੍ਹਾਂ ਕੱਲ ਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਅਭਿਨਵ ਭਾਰਤ ਸੁਸਾਇਟੀ ਕਦੋਂ ਫਾਰਮ ਹੋਈ ਸੀਗੀ। ਸੋ ਅਭਿਨਵ ਭਾਰਤ ਸੁਸਾਇਟੀ ਫਾਰਮ ਹੋਈ ਸੀਗੀ 1903 ਦੇ ਵਿੱਚ। ਕਿਹਨੇ ਫਾਰਮ ਕੀਤੀ ਸੀ? VD ਸਾਵਰਕਰ ਨੇ ਇਹਨੂੰ ਫਾਰਮ ਕੀਤਾ ਸੀਗਾ। ਇੱਕ ਤਰ੍ਹਾਂ ਦੀ ਰੈਵੋਲੂਸ਼ਨਰੀ ਸੁਸਾਇਟੀ ਸੀ। ਸੋ ਇਹ ਵੀ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਜਿਹੜੀਆਂ ਵੀ ਸਾਰੀਆਂ ਗੱਲਾਂ ਰੈਵੋਲੂਸ਼ਨਰੀ ਮੂਵਮੈਂਟਸ ਆਪਾਂ ਇੱਕਦਮ ਡਿਟੇਲ ਦੇ ਵਿੱਚ ਕੀਤੀਆਂ ਆਪਣੇ ਮਾਡਰਨ ਹਿਸਟਰੀ ਦੇ ਲੈਕਚਰਸ ਦੇ ਵਿੱਚ। ਜਾਓ ਤੇ CBC ਐਗਜ਼ਾਮ ਗੁਰੂ ਨੂੰ ਡਾਊਨਲੋਡ ਕਰੋ, ਐਪ ਨੂੰ ਡਾਊਨਲੋਡ ਕਰੋ ਤੇ ਉੱਥੇ ਸਾਡੇ ਪੇਡ ਕੋਰਸਿਸ ਵਿੱਚ ਜੁਆਇਨ ਕਰੋ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਸੋ ਵਿਚ ਅਮੰਗ ਆਫ ਦਾ ਫੋਲੋਇੰਗ ਹੈਜ਼ ਦਾ ਲਾਰਜੈਸਟ ਰਿਜ਼ਰਵ ਆਫ ਯੂਰੇਨੀਅਮ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਲੇਟੈਸਟ ਬਿਹਾਰ PCS ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ। ਮੈਂ ਤੁਹਾਨੂੰ ਆਲਰੇਡੀ ਕਿਹਾ ਵੀ ਜਿੰਨੇ ਵੀ ਕੁਐਸਚਨ ਆਪਾਂ ਕਰਾਂਗੇ ਕਿਤੇ ਨਾ ਕਿਤੇ ਕੋਈ ਨਾ ਕੋਈ PCS ਦੇ ਵਿੱਚ ਪੁੱਛੇ ਹੋਏ ਹੈ ਜਾਂ ਪੁੱਛੇ ਜਾ ਸਕਦੇ। ਬਹੁਤ ਹੀ ਰੈਲੇਵੈਂਟ ਆਪਾਂ ਤੁਹਾਨੂੰ ਕੁਐਸਚਨ ਕਰਵਾ ਰਹੇ ਹਾਂ, ਐਵੇਂ ਕੋਈ ਵੀ ਫालतू ਕੁਐਸਚਨ ਨਹੀਂ ਕਰਵਾਇਆ ਜਾ ਰਿਹਾ। ਜਿਨ੍ਹਾਂ ਦੀ ਉਮੀਦ ਹੈ ਐਗਜ਼ਾਮ ਦੇ ਵਿੱਚ ਪੁੱਛਣ ਦੀ ਉਹੀ ਕਰਵਾ ਰਹੇ ਹਾਂ, ਐਵੇਂ ਫालतू ਡਾਟਾ ਪੜ੍ਹਾਉਣ ਦੀ ਤੁਹਾਨੂੰ ਕੋਈ ਲੋੜ ਹੈ ਨਹੀਂਗੀ। ਸੋ ਵਿਚ ਅਮੰਗ ਆਫ ਦਾ ਫੋਲੋਇੰਗ ਹੈਜ਼ ਦਾ ਵਰਲਡ ਲਾਰਜੈਸਟ ਰਿਜ਼ਰਵ ਆਫ ਦਾ ਯੂਰੇਨੀਅਮ। ਕਿਹੜੀ ਕੰਟਰੀ ਹੈ ਜਿਹਦੇ ਸਭ ਤੋਂ ਜ਼ਿਆਦਾ ਯੂਰੇਨੀਅਮ ਦੇ ਰਿਜ਼ਰਵ ਹੈਗੇ ਆ? ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਪਹਿਲਾ ਆਪਸ਼ਨ ਹੈ ਆਸਟ੍ਰੇਲੀਆ, B ਆਪਸ਼ਨ ਹੈ ਕਜ਼ਾਕਿਸਤਾਨ, C ਆਪਸ਼ਨ ਹੈ ਰਸ਼ੀਅਨ ਫੈਡਰੇਸ਼ਨ, D ਆਪਸ਼ਨ ਹੈ ਕੈਨੇਡਾ। ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੇ ਸਭ ਤੋਂ ਜ਼ਿਆਦਾ ਯੂਰੇਨੀਅਮ ਦੇ ਪਾਇਆ ਜਾਂਦਾ ਜਾਂ ਕਿ ਕਹਿ ਸਕਦੇ ਹਾਂ ਸਭ ਤੋਂ ਜ਼ਿਆਦਾ ਯੂਰੇਨੀਅਮ ਕਿੱਥੇ ਪਾਇਆ ਜਾਂਦਾ ਹੈ? ਤਾਂ ਪਾਇਆ ਜਾਂਦਾ ਕਜ਼ਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਯੂਰੇਨੀਅਮ। 43% ਆਫ ਦਾ ਵਰਲਡ ਯੂਰੇਨੀਅਮ ਫਾਊਂਡ ਇਨ ਦਾ ਕਜ਼ਾਕਿਸਤਾਨ। ਬਹੁਤ ਹੀ ਇੰਪੋਰਟੈਂਟ ਹੈ। ਕਜ਼ਾਕਿਸਤਾਨ ਇੱਕ ਲੈਂਡਲੋਕਡ ਕੰਟਰੀ ਹੈ ਤੇ ਕੈਸਪੀਅਨ ਸੀ ਨੂੰ ਵੀ ਟੱਚ ਕਰਦਾ ਹੈ। ਤੇ ਕਜ਼ਾਕਿਸਤਾਨ ਦੀ ਜਿਹੜੀ ਨਵੀਂ ਕੈਪੀਟਲ ਹੈ ਉਹ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਕਜ਼ਾਕਿਸਤਾਨ ਦੀ ਨਵੀਂ ਕੈਪੀਟਲ ਹੈਗੀ ਹੈ ਨੂਰ ਸੁਲਤਾਨਾ। ਪਹਿਲਾਂ ਕਿਹੜੀ ਸੀਗੀ? ਸਿਰਫ ਅਸਤਾਨਾ। ਹੁਣ ਇਹਨਾਂ ਨੇ ਚੇਂਜ ਕੀਤੀ ਆਪਣੀ ਕੈਪੀਟਲ, ਨਵੀਂ ਕੈਪੀਟਲ ਫਾਰਮ ਕੀਤੀ ਹੈ। ਕੀ ਨਾਮ ਹੈ ਉਹਦਾ? ਨੂਰ ਸੁਲਤਾਨਾ। ਪਹਿਲਾਂ ਜਿਹੜਾ ਸੀਗਾ 2012 ਤੋਂ ਪਹਿਲਾਂ ਜਿਹੜਾ ਸਭ ਤੋਂ ਲਾਰਜੈਸਟ ਜਿਹੜਾ ਰਿਜ਼ਰਵ ਸੀਗੇ ਯੂਰੇਨੀਅਮ ਦੇ ਉਹ ਕੈਨੇਡਾ ਕੋਲ ਸੀਗੇ। ਹੁਣ ਸਭ ਤੋਂ ਜ਼ਿਆਦਾ ਜਿਹੜੇ ਰਿਜ਼ਰਵ ਹੈ ਉਹ ਕਜ਼ਾਕਿਸਤਾਨ ਕੋਲ ਹੈ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਰੱਖਣੀਆਂ ਵੀ ਲੇਟੈਸਟ ਡਾਟਾ ਕਿਹੜਾ ਆਇਆ ਹੈ, ਆਪਾਂ ਪੁਰਾਣੇ ਡਾਟੇ ਨੂੰ ਨਹੀਂ ਪੜ੍ਹਨਾ। ਸੋ ਕਜ਼ਾਕਿਸਤਾਨ ਬਾਰੇ ਆਪਾਂ ਕਿਹੜੀਆਂ ਗੱਲਾਂ ਪੜ੍ਹੀਆਂ ਵੀ ਜਿਹੜੀ ਉਹਦੀ ਨਵੀਂ ਕੈਪੀਟਲ ਉਹਦਾ ਨਾਮ ਕੀ ਹੈ? ਨੂਰ ਸੁਲਤਾਨਾ। ਕਜ਼ਾਕਿਸਤਾਨ ਕਿਹੜੀ ਸੀ ਨੂੰ ਟੱਚ ਕਰਦਾ? ਕੈਸਪੀਅਨ ਸੀ ਨੂੰ। ਮੈਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਕੈਸਪੀਅਨ ਸੀ ਨੂੰ ਜਿਹੜੀਆਂ ਬਾਰਡਰਿੰਗ ਕੰਟਰੀਜ਼ ਆ ਪ੍ਰੋਪਰ ਸਾਰੀਆਂ ਕਰਵਾਈਆਂ, ਜਾ ਕੇ ਤੁਸੀਂ ਉਹ ਪਿਛਲਾ ਲੈਕਚਰ ਜ਼ਰੂਰ ਵੇਖੋ। ਆਪਾਂ ਮੈਪਿੰਗ ਦੇ ਪ੍ਰੋਪਰ ਟੌਪਿਕ ਕਰਾਂਗੇ ਅਗਲੇ ਲੈਕਚਰਾਂ ਦੇ ਵਿੱਚ। ਸੋ ਕਜ਼ਾਕਿਸਤਾਨ ਬਾਰੇ ਜਿਹੜੀਆਂ ਗੱਲਾਂ ਦੱਸੀਆਂ ਉਹ ਤੁਸੀਂ ਫਿਰ ਰਿਪੀਟ ਕਰ ਲੈਂਦੇ ਆ। ਨਵੀਂ ਕੈਪੀਟਲ ਕਿਹੜੀ ਹੈ? ਨੂਰ ਸੁਲਤਾਨਾ ਤੇ ਕੈਸਪੀਅਨ ਸੀ ਨੂੰ ਟੱਚ ਕਰਦਾ ਤੇ ਇੱਕ ਲੈਂਡਲੌਕ ਕੰਟਰੀ ਹੈ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਨੈਕਸਟ ਹੈ ਵਿਚ ਵਨ ਆਫ ਦਾ ਫੋਲੋਇੰਗ ਯੂਨੀਅਨ ਟੈਰੀਟਰੀ ਡੂ ਦ ਪੀਪਲ ਆਫ ਦਾ ਔਂਗ ਟ੍ਰਾਈਬ ਲਿਵ। ਮੈਂ ਤੁਹਾਨੂੰ ਆਲਰੇਡੀ ਇਹ ਕੁਐਸਚਨ ਕਰਵਾ ਚੁੱਕਿਆ ਵੀ ਜਿਹੜੀ ਜਾਰਵਾਸ ਟ੍ਰਾਈਬ ਸੀ ਉਹ ਕਿੱਥੇ ਰਹਿੰਦੀ ਹੈ। ਹੁਣ ਇਹਨਾਂ ਨੇ ਪੁੱਛ ਲਿਆ ਔਂਗ ਟ੍ਰਾਈਬ ਕਿੱਥੇ ਰਹਿੰਦੀ ਹੈ। ਸੋ ਔਂਗ ਟ੍ਰਾਈਬ ਰਹਿੰਦੀ ਹੈ ਅੰਡਾਮਾਨ ਨਿਕੋਬਾਰ ਆਈਲੈਂਡ ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਹੈ। ਮੈਂ ਤੁਹਾਨੂੰ ਕੁਝ ਗੱਲਾਂ ਦੱਸਣਾ ਚਾਹਾਂਗਾ ਅੰਡਾਮਾਨ ਨਿਕੋਬਾਰ ਆਈਲੈਂਡ ਬਾਰੇ। ਪਹਿਲੀ ਗੱਲ ਤਾਂ ਇਹ ਹੈ ਵੀ ਅੰਡਾਮਾਨ ਨਿਕੋਬਾਰ ਦੀ ਜਿਹੜੀ ਹਾਈਐਸਟ ਪੀਕ ਹੈ ਉਹ ਹੈਗੀ ਹੈ ਸੈਡਲ ਪੀਕ। ਅੰਡਾਮਾਨ ਨਿਕੋਬਾਰ ਦੀ ਕੈਪੀਟਲ ਕਿਹੜੀ? ਪੋਰਟ ਬਲੇਅਰ। ਅੰਡਾਮਾਨ ਨਿਕੋਬਾਰ ਦੀ ਹਾਈਐਸਟ ਪੀਕ ਕਿਹੜੀ ਹੈ? ਸੈਡਲ ਪੀਕ। ਸੈਡਲ ਪੀਕ ਹੈਗੀ ਹੈ ਹਾਈਐਸਟ ਪੀਕ ਅੰਡਾਮਾਨ ਨਿਕੋਬਾਰ ਦੀ। ਮੈਂ ਤੁਹਾਨੂੰ ਗੱਲ ਦੱਸਣਾ ਚਾਹੂੰਗਾ ਜਿਹੜਾ ਅੰਡਾਮਾਨ ਤੇ ਨਿਕੋਬਾਰ ਕਿਹੜੇ ਚੈਨਲ ਦੁਆਰਾ ਅੱਡ ਹੁੰਦੇ ਆ ਤਾਂ ਉਹ ਹੁੰਦੇ ਆ 10 ਡਿਗਰੀ ਚੈਨਲ ਦੁਆਰਾ ਇੱਕ ਦੂਜੇ ਨੂੰ ਅੱਡ ਕਰਦੇ ਆ। ਸੋ ਇਹ ਸਾਰੀਆਂ ਗੱਲਾਂ ਕਾਪੀ ਤੇ ਲਿਖ ਲਓ। ਹੋਰ ਕਿਹੜੀਆਂ ਟ੍ਰਾਈਬਸ ਪਾਈਆਂ ਜਾਂਦੀਆਂ ਅੰਡਾਮਾਨ ਨਿਕੋਬਾਰ ਦੇ ਵਿੱਚ? ਪਹਿਲੀ ਹੈਗੀ ਜੀ ਔਂਗ, ਫਿਰ ਜਾਰਵਾਸ, ਫਿਰ ਪਾਈ ਜਾਂਦੀ ਹੈ ਸੈਂਟਲੀਜ਼। ਸੈਂਟਲੀਜ਼ ਬਹੁਤ ਹੀ ਇੰਪੋਰਟੈਂਟ ਟ੍ਰਾਈਬ ਹੈ, ਇੱਕ ਖੂਨ ਖਰਾਬੇ ਵਾਲੀ ਟ੍ਰਾਈਬ ਹੈ। ਲੇਟੈਸਟ ਨਿਊਜ਼ ਦੇ ਵਿੱਚ ਹੈਗੀ ਸੀ ਸੈਂਟਲੀਜ਼ ਟ੍ਰਾਈਬ। ਸੋ ਇਹ ਸਾਰੀਆਂ ਗੱਲਾਂ ਹੋਪਫੁਲੀ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਵੀ ਜਿਹੜਾ ਅੰਡਾਮਾਨ ਨਿਕੋਬਾਰ ਦਾ ਹਾਈਐਸਟ ਪੀਕ ਕਿਹੜਾ ਹੈ? ਸੈਡਲ ਪੀਕ। ਅੰਡਾਮਾਨ ਨਿਕੋਬਾਰ ਨੂੰ ਅੱਡ ਕਿਹੜਾ ਚੈਨਲ ਕਰਦਾ ਹੈ? ਤਾਂ 10 ਡਿਗਰੀ ਚੈਨਲ। ਇਹ ਕਿਤੇ ਨਾ ਕਿਤੇ ਸਾਰੇ ਕੁਐਸਚਨ ਪੁੱਛੇ ਹੋਏ ਆ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਅੰਡਾਮਾਨ ਨਿਕੋਬਾਰ ਬਾਰੇ। ਪਰ ਇੱਕ ਬੈਰਨ ਆਈਲੈਂਡ ਹੈ, ਉਹੀ ਇੱਕ ਆਈਲੈਂਡ ਹੈ ਇੰਡੀਆ ਦੇ ਵਿੱਚ ਜਿਹੜਾ ਐਕਟਿਵ ਵੋਲਕੈਨੋ ਹੈ। ਕਿਹੜਾ ਆਈਲੈਂਡ ਹੈ ਜਿਹੜਾ ਐਕਟਿਵ ਵੋਲਕੈਨੋ ਹੈ? ਉਹਦਾ ਨਾਮ ਹੈ ਬੈਰਨ ਆਈਲੈਂਡ। ਬੈਰਨ ਆਈਲੈਂਡ ਇੱਕੋ ਹੀ ਆਈਲੈਂਡ ਹੈ ਇੰਡੀਆ ਦੇ ਵਿੱਚ ਜਿਹੜਾ ਐਕਟਿਵ ਵੋਲਕੈਨੋ ਹੈ। ਇਹ UPSC 2019 ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ। ਸੋ ਇਹ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਾਂਗੇ ਤਾਂ ਹੀ ਆਪਾਂ ਜਾ ਕੇ ਐਗਜ਼ਾਮ ਕਲੀਅਰ ਕਰ ਪਾਵਾਂਗੇ। ਔਂਗ, ਜਾਰਵਾਸ, ਸੈਂਟਲੀਸ ਤੇ ਨੇਗ੍ਰਿਟੋ ਇਹ ਸਾਰੀਆਂ ਜਿਹੜੀਆਂ ਟ੍ਰਾਈਬਸ ਹੈ ਅੰਡਾਮਾਨ ਐਂਡ ਨਿਕੋਬਾਰ ਦੇ ਵਿੱਚ ਪਾਈਆਂ ਜਾਂਦੀਆਂ। ਮੇਰਾ ਮਕਸਦ ਇਹ ਹੈ ਵੀ ਜਦੋਂ ਤੁਸੀਂ ਇਹ ਲੈਕਚਰ ਖਤਮ ਕਰਕੇ ਜਾਓ ਤਾਂ ਸਾਰਾ ਦਾ ਸਾਰਾ ਲੈਕਚਰ ਤੁਹਾਨੂੰ ਇੱਕਦਮ ਯਾਦ ਹੋ ਜਾਏ। ਇਸ ਲਈ ਆਪਾਂ ਵਾਰ-ਵਾਰ ਚੀਜ਼ਾਂ ਨੂੰ ਰਿਪੀਟ ਕਰ ਰਹੇ ਹਾਂ। ਸੋ ਇਸ ਨੂੰ ਆਪਾਂ ਧਿਆਨ ਰੱਖ ਸਕੀਏ, ਜਿਹੜੀ ਆਪਣੀ ਰਿਟੈਂਸ਼ਨ ਪਾਵਰ ਵੱਧ ਸਕੇ। ਸੋ ਕਿਉਂਕਿ ਆਪਾਂ ਜਦੋਂ ਹੀ ਚੀਜ਼ ਨੂੰ ਰਿਵਾਈਜ਼ ਕਰਦੇ ਹਾਂ ਉਦੋਂ ਹੀ ਆਪਾਂ ਉਸ ਚੀਜ਼ ਨੂੰ ਜ਼ਿਆਦਾ ਰਿਟੇਨ ਕਰ ਸਕਦੇ ਹਾਂ। ਸੋ ਆਪਾਂ ਨੈਕਸਟ ਪੜ੍ਹਦੇ ਹਾਂ। ਨੈਕਸਟ ਕੁਐਸਚਨ ਹੈ ਪੋਲਿਟੀ ਦਾ, ਬਹੁਤ ਹੀ ਵਧੀਆ ਕੁਐਸਚਨ ਹੈ। ਵਾਟ ਇਜ਼ ਦਾ ਸਿਸਟਮ ਆਫ ਦਾ ਗਵਰਨੈਂਸ ਇਨ ਦਾ ਪੰਚਾਇਤੀ ਰਾਜ ਸੈਟਅਪ। ਜਿਹੜਾ ਆਪਣਾ ਪੰਚਾਇਤੀ ਰਾਜ ਸੈਟਅਪ ਹੈ ਉਹਦੇ ਵਿੱਚ ਗਵਰਨੈਂਸ ਦਾ ਕੀ ਸਿਸਟਮ ਹੈ? 3 ਟਾਇਰ ਹੈ, 2 ਟਾਇਰ ਹੈ ਜਾਂ 4 ਟਾਇਰ ਹੈ?
हाँ जी, ਜਿਹੜਾ ਆਪਣਾ ਪੰਚਾਇਤੀ ਰਾਜ ਸਿਸਟਮ ਹੈ ਉਹ 3 ਟਾਇਰ ਸਟਰਕਚਰ ਹੈ, ਜਾਂ ਕਹਿ ਸਕਦੇ ਸੀ ਆਪਸ਼ਨ ਸਹੀ ਹੋ ਜਾਊਗਾ ਵੀ 3 ਟਾਇਰ ਸਟਰਕਚਰ ਆਫ ਦਾ ਲੋਕਲ ਸੈਲਫ ਗਵਰਨਮੈਂਟ ਐਟ ਦਾ ਵਿਲੇਜ ਲੈਵਲ ਤੇ ਹੈ, ਬਲੋਕ ਲੈਵਲ ਤੇ ਹੈ, ਫਿਰ ਡਿਸਟ੍ਰਿਕਟ ਲੈਵਲ ਤੇ ਹੈ। ਕਿਹੜੇ ਕਿਹੜੇ ਲੈਵਲ ਤੇ? ਵਿਲੇਜ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ ਬਲੋਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ। ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ ਵੀ ਜਿਹੜਾ ਪੰਚਾਇਤੀ ਰਾਜ ਦਾ ਸਿਸਟਮ ਹੈ ਕਿਹੜੀ ਅਮੈਂਡਮੈਂਟ ਦੇ ਦੁਆਰਾ ਬਣਾਇਆ ਜੀ? ਉਹ ਬਣਾਇਆ ਗਿਆ ਸੀਗਾ 73rd ਕਨਸਟੀਟਿਊਸ਼ਨ ਅਮੈਂਡਮੈਂਟ ਐਕਟ 1992 ਦੇ ਅਕੋਰਡਿੰਗ ਬਣਾਇਆ ਗਿਆ ਸੀਗਾ ਪੰਚਾਇਤੀ ਰਾਜ ਦਾ ਸਿਸਟਮ। ਕਦੋਂ ਬਣਾਇਆ ਗਿਆ ਸੀਗਾ? 24 ਅਪ੍ਰੈਲ ਨੂੰ ਬਣਾਇਆ ਜਾਂਦਾ ਹੈ ਨੈਸ਼ਨਲ ਪੰਚਾਇਤੀ ਰਾਜ ਡੇ, ਜਾਂ ਕਹਿ ਸਕਦੇ ਪੰਚਾਇਤੀ ਰਾਜ ਡੇ ਕਦੋਂ ਮਨਾਇਆ ਜਾਂਦਾ ਹੈ? 24 ਅਪ੍ਰੈਲ ਨੂੰ ਬਣਾਇਆ ਜਾਂਦਾ ਹੈ ਪੰਚਾਇਤੀ ਰਾਜ ਡੇ। ਹਾਂਜੀ, ਬਹੁਤ ਹੀ ਇੰਪੋਰਟੈਂਟ ਗੱਲਾਂ ਦੱਸੀਆਂ, ਨਾਲੋਂ ਨਾਲ ਤੁਹਾਨੂੰ ਕਰੰਟ ਅਫੇਅਰ ਵੀ ਦੱਸ ਰਹੇ ਹਾਂ, ਨਾਲੋਂ ਨਾਲ ਤੁਹਾਨੂੰ ਕੁਐਸਚਨ ਵੀ ਦੱਸ ਰਹੇ ਹਾਂ, ਨਾਲੋਂ ਨਾਲ ਤੁਹਾਨੂੰ ਪੋਲਿਟੀ ਦੇ ਕਨਸੈਪਟ ਵੀ ਸਮਝਾ ਰਹੇ ਹਾਂ। ਕਿਹੜੀ ਅਮੈਂਡਮੈਂਟ ਸੀਗੀ ਜਿਹਦੇ ਦੁਆਰਾ ਆਪਣਾ ਪੰਚਾਇਤੀ ਰਾਜ ਸਿਸਟਮ ਸੈਟਅਪ ਕੀਤਾ ਗਿਆ? 73rd ਕਨਸਟੀਟਿਊਸ਼ਨ ਅਮੈਂਡਮੈਂਟ ਦੇ ਦੁਆਰਾ ਪੰਚਾਇਤੀ ਰਾਜ ਸਿਸਟਮ ਸੈਟਅਪ ਕੀਤਾ ਗਿਆ। ਦੇ ਕਿਹੜਾ ਸ਼ਡਿਊਲ ਹੈ ਜਿਹਦੇ ਵਿੱਚ ਪੰਚਾਇਤੀ ਰਾਜ ਸਿਸਟਮ ਆਉਂਦਾ ਹੈ? ਤਾਂ ਉਹ ਆ ਜਾਊਗਾ 11ਵੇਂ ਸ਼ਡਿਊਲ ਦੇ ਵਿੱਚ ਆਉਂਦਾ ਪੰਚਾਇਤੀ ਰਾਜ ਸਿਸਟਮ। ਬਹੁਤ ਹੀ ਇੰਪੋਰਟੈਂਟ ਗੱਲਾਂ ਦੱਸ ਰਹੇ ਹਾਂ, ਪਲੀਜ਼ ਪੈਨ ਡਾਊਨ ਕਰ ਲਓ ਇਸ ਸਾਰੀਆਂ ਗੱਲਾਂ ਨੂੰ, ਕਿਉਂਕਿ ਬਹੁਤ ਹੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਜਿਹੜਾ ਆਪਣਾ ਪੰਚਾਇਤੀ ਰਾਜ ਡੇ ਕਦੋਂ ਮਨਾਇਆ ਜਾਂਦਾ ਹੈ? ਪੰਚਾਇਤੀ ਰਾਜ ਡੇ ਮਨਾਇਆ ਜਾਂਦਾ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਐਸੇ ਦਿਨ ਹੀ ਅਮੈਂਡਮੈਂਟ ਹੋਈ ਸੀਗੀ ਜਦੋਂ, ਜਾਂ ਕਹਿ ਸਕਦੇ ਐਸੇ ਦਿਨ ਹੀ ਜਿਹੜੀ ਆਪਣੀ ਕਨਸਟੀਟਿਊਸ਼ਨ ਅਮੈਂਡਮੈਂਟ ਹੈ ਪੰਚਾਇਤੀ ਰਾਜ ਨੂੰ ਲੈ ਕੇ ਲਾਗੂ ਹੋਈ ਸੀਗੀ। ਸੋ ਆਪਣਾ ਆਨਸਰ ਕੀ ਬਣ ਜਾਊਗਾ? 3 ਟਾਇਰ ਸਟਰਕਚਰ ਹੈ, ਪਹਿਲਾ ਵਿਲੇਜ ਲੈਵਲ ਤੇ, ਬਲੋਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ। ਸੋ ਥੋੜਾ ਜਿਹਾ ਆਪਾਂ ਇਹਦੀ ਐਕਸਪਲੇਨੇਸ਼ਨ ਹੀ ਪੜ੍ਹ ਲੈਂਦੇ ਹਾਂ। ਆਰਟੀਕਲ 243B in part 11 of the constitution emphasizes the 3 tier system of the ਪੰਚਾਇਤੀ। ਜੇ ਮੈਂ ਤੁਹਾਨੂੰ ਦੱਸਿਆ ਹੈ ਜੀ, ਪਾਰਟ ਜਿਹੜਾ ਆਪਣਾ 11 ਹੈ ਤੇ ਆਰਟੀਕਲ ਕਿਹੜਾ ਹੈ? 243B, ਉਹਦੇ ਨਾਲ ਰਿਲੇਟ ਕਰਦਾ ਹੈ ਪੰਚਾਇਤੀ ਰਾਜ ਸਿਸਟਮ। ਸੋ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ ਹੁਣ। ਹਾਂਜੀ, ਨੈਕਸਟ ਕੁਐਸਚਨ ਹੈ ਫਿਰ ਪੋਲਿਟੀ ਦਾ, ਬਹੁਤ ਇੰਪੋਰਟੈਂਟ ਕੁਐਸਚਨ ਪੋਲਿਟੀ ਦਾ ਹੈ। ਦਾ ਇੰਡੀਅਨ ਪਾਰਲੀਮੈਂਟ ਸਿਸਟਮ ਇਜ਼ ਡਿਫਰੈਂਟ ਫਰੋਮ ਦਾ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਇਨ ਦੈਟ ਇੰਡੀਆ ਹੈਜ਼। ਵੀ ਆਪਣਾ ਜਿਹੜਾ ਇੰਡੀਆ ਦਾ ਪਾਰਲੀਮੈਂਟਰੀ ਸਿਸਟਮ ਹੈ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਨਾਲੋਂ ਕਿਵੇਂ ਅੱਡ ਹੈ? ਕਈ ਵਾਰੀ ਜਿਹੜੇ ਆਪਾਂ PPSC 2020 ਦੇ ਕੋ ਵੇਖੀਏ ਤਾਂ ਜਿਹੜੇ ਪੋਲਿਟੀ ਦੇ ਕੁਐਸਚਨ ਹੈ ਬਹੁਤ ਹੀ ਵਧੀਆ ਕੁਐਸਚਨ ਆਏ ਹੋਏ ਆ, ਬਹੁਤ ਹੀ ਕਨਸੈਪਚੁਅਲ ਕੁਐਸਚਨ ਆਏ ਹੋਏ ਆ। ਸੋ ਉਸੇ ਲੈਵਲ ਦੇ ਕੁਐਸਚਨ ਕਰਵਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਸੋ ਆਪਾਂ ਨੂੰ ਪਹਿਲਾ ਆਪਸ਼ਨ ਦਿੱਤਾ ਹੋਇਆ ਬੋਥ ਆਰ ਰੀਅਲ ਐਂਡ ਦ ਨੋਮੀਨਲ ਐਗਜ਼ੀਕਿਊਟਿਵ। B ਆਪਸ਼ਨ ਹੈ ਸਿਸਟਮ ਆਫ ਦ ਕਲੈਕਟਿਵ ਰਿਸਪੌਂਸਿਬਿਲਿਟੀ। C ਆਪਸ਼ਨ ਹੈ ਬਾਈਕੈਮਰਲ ਲੈਜਿਸਲੇਸ਼ਨ। D ਆਪਸ਼ਨ ਹੈ ਸਿਸਟਮ ਆਫ ਜੁਡੀਸ਼ੀਅਲ ਰਿਵਿਊ। ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਕੋਲ ਜਿਹੜੀ ਚੀਜ਼ ਹੈ ਨਹੀਂ ਗੀ ਉਹ ਹੈਗੀ ਹੈ ਜੁਡੀਸ਼ੀਅਲ ਰਿਵਿਊ ਦੀ ਚੀਜ਼ ਹੈ ਨਹੀਂ ਗੀ। ਬਾਕੀ ਜਿਹੜੀਆਂ ਤਿੰਨੇ ਆਪਾਂ ਆਪਸ਼ਨ ਕਰਵਾਈਆਂ ਉਹ ਸਾਰੀਆਂ ਦੀਆਂ ਸਾਰੀਆਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਮੌਜੂਦ ਹੈ। ਹੁਣ ਜਿਹੜੇ ਤਿੰਨੇ ਆਪਸ਼ਨ ਆਪਾਂ ਡਿਸਕਸ ਕਰਦੇ ਹਾਂ ਵੀ ਕਹਿਣਾ ਕੀ ਚਾਹੁੰਦੇ ਆ, ਵੀ ਇਹ ਆਪਸ਼ਨ ਹੈਗਾ ਬੋਥ ਰੀਅਲ ਐਂਡ ਨੋਮੀਨਲ ਐਗਜ਼ੀਕਿਊਟਿਵ। ਨੋਮੀਨਲ ਐਗਜ਼ੀਕਿਊਟਿਵ ਦੇ ਵਿੱਚ ਫਰਕ ਇਹ ਹੋਇਆ ਵੀ ਜਿਹੜਾ ਆਪਣਾ ਨੋਮੀਨਲ ਐਗਜ਼ੀਕਿਊਟਿਵ ਉਹ ਹੈਗਾ ਪ੍ਰੈਜ਼ੀਡੈਂਟ ਹੈ ਨਾ ਜੀ, ਜਿਹੜਾ ਆਪਣਾ ਰੀਅਲ ਐਗਜ਼ੀਕਿਊਟਿਵ ਹੈਗਾ ਉਹ ਹੈਗਾ ਪ੍ਰਾਈਮ ਮਿਨਿਸਟਰ। ਉਵੇਂ ਹੀ ਇੰਗਲੈਂਡ ਦੇ ਵਿੱਚ ਇੱਕ ਨੋਮੀਨਲ ਐਗਜ਼ੀਕਿਊਟਿਵ ਹੈਗਾ ਜਿਹੜੀ ਉਹਨਾਂ ਦੀ ਕਿੰਗ ਜਾਂ ਕਹਿ ਸਕਦੇ ਕੁਈਨ, ਜਿਵੇਂ ਕੁਈਨ ਐਲਿਜ਼ਾਬੈਥ ਉਹਨਾਂ ਦੀ ਨੋਮੀਨਲ ਐਗਜ਼ੀਕਿਊਟਿਵ ਹੈਗੀ ਹੈ। ਨੋਮੀਨਲ ਦਾ ਮਤਲਬ ਇਹ ਹੋਇਆ ਕਿ ਦਖਸਤ ਉਹਨਾਂ 'ਚ ਚੱਲਦੇ ਆ, ਪਰ ਜਿਹੜਾ ਕੰਮ ਹੈ ਉਹ ਸਾਰੇ ਦੇ ਸਾਰੇ ਪ੍ਰਾਈਮ ਮਿਨਿਸਟਰ ਕਰਦਾ ਹੈ। ਸੋ ਇਹ ਦੋਨਾਂ ਚੀਜ਼ਾਂ ਦੇ ਵਿੱਚ ਜਾਂ ਕਹਿ ਸਕਦੇ ਇੰਡੀਅਨ ਕਨਸਟੀਟਿਊਸ਼ਨ ਵਿੱਚ ਵੀ ਆਹ ਚੀਜ਼ ਹੈਗੀ ਹੈ, ਤੇ ਜਿਹੜਾ ਆਪਣਾ ਬ੍ਰਿਟੇਨ ਦਾ ਕਨਸਟੀਟਿਊਸ਼ਨ ਹੈਗਾ ਉਹਦੇ ਵਿੱਚ ਵੀ ਆਹ ਚੀਜ਼ ਹੈਗੀ ਆ। ਸੈਕਿੰਡ ਕੁਐਸਚਨ ਹੈਗਾ ਇੱਕ ਸਿਸਟਮ ਆਫ ਕਲੈਕਟਿਵ ਰਿਸਪੌਂਸਿਬਿਲਿਟੀ। ਕਲੈਕਟਿਵ ਰਿਸਪੌਂਸਿਬਿਲਿਟੀ ਕੀ ਹੁੰਦਾ ਵੀ ਜਿਹੜੇ ਆਪਣੇ ਮਿਨਿਸਟਰ ਹੈ, ਜਿਵੇਂ ਕਹਿ ਸਕਦੇ ਹਾਂ ਰਾਜਨਾਥ ਸਿੰਘ, ਜਾਂ ਕਹਿ ਸਕਦੇ ਹਾਂ ਹੋਰ ਜਿੰਨੇ ਵੀ ਕਾਊਂਸਲ ਆਫ ਮਿਨਿਸਟਰ ਹੈ, ਜਾਂ ਕਹਿ ਸਕਦੇ MP ਦੇ ਮੈਂਬਰ MP ਹੈਗੇ ਆ, ਉਹ ਸਾਰੇ ਦੇ ਸਾਰੇ ਰਿਸਪੌਂਸੀਬਲ ਹੈਗੇ ਲੋਕ ਸਭਾ ਨੂੰ, ਵੀ ਜਿਹੜੀਆਂ ਵੀ ਉਹਨਾਂ ਦੀ ਐਕਟੀਵਿਟੀਜ਼ ਆ ਲੋਕ ਸਭਾ ਦੇ ਵਿੱਚ ਸਕਰੂਟਨਾਈਜ਼ ਕੀਤੀਆਂ ਜਾਂਦੀਆਂ। ਸੋ ਆਪਣਾ C ਆਪਸ਼ਨ ਹੈਗਾ ਬਾਈ ਕੈਮਰਲ ਲੈਜਿਸਲੇਚਰ। ਬਾਈ ਕੈਮਰਲ ਦਾ ਮਤਲਬ ਹੁੰਦਾ ਹੈ ਰਾਜ ਸਭਾ ਤੇ ਲੋਕ ਸਭਾ ਹੋਣਾ। ਜਿਵੇਂ ਇੱਥੇ ਵੀ ਇੰਡੀਆ ਦੇ ਵਿੱਚ ਰਾਜ ਸਭਾ ਲੋਕ ਸਭਾ, ਉੱਥੇ ਵੀ ਅਪਰ ਹਾਊਸ ਤੇ ਲੋਅਰ ਹਾਊਸ ਹੈਗਾ ਬ੍ਰਿਟੇਨ ਦੇ ਵਿੱਚ। ਸੋ ਬਾਕੀ ਤਿੰਨ ਗੱਲਾਂ ਮਿਲਦੀਆਂ ਸੀ, D ਆਪਸ਼ਨ ਨਹੀਂ ਮਿਲਦਾ ਸੀਗਾ। ਜਿਹੜਾ ਜੁਡੀਸ਼ੀਅਲ ਰਿਵਿਊ ਦਾ ਕੰਸੈਪਟ ਹੈ ਉਹ ਜਾਂ ਤਾਂ ਇੰਡੀਆ ਕੋਲ ਹੈ ਜਾਂ USA ਕੋਲ ਹੈ। ਇੰਡੀਆ ਨੇ USA ਤੋਂ ਬੋਰੋ ਕੀਤਾ ਜਿਹੜਾ ਜੁਡੀਸ਼ੀਅਲ ਰਿਵਿਊ ਦਾ ਕੰਸੈਪਟ ਹੈ। ਸੋ ਇਸ ਨੂੰ ਧਿਆਨ ਵਿੱਚ, ਇੰਡੀਆ ਨੇ USA ਤੋਂ ਜੁਡੀਸ਼ੀਅਲ ਰਿਵਿਊ ਦਾ ਕੰਸੈਪਟ ਬੋਰੋ ਕੀਤਾ ਹੋਇਆ। ਜਿਹੜਾ PIL ਦਾ ਕੰਸੈਪਟ ਹੈ ਜਾਂ ਕਹਿ ਸਕਦੇ ਪਬਲਿਕ ਇੰਟਰਸਟ ਲਿਟੀਗੇਸ਼ਨ ਦਾ ਕੰਸੈਪਟ ਹੈ ਉਹ ਵੀ ਇੰਡੀਆ ਨੇ USA ਤੋਂ ਬੋਰੋ ਕੀਤਾ। ਹੋਰ ਕੀ ਕੀ ਚੀਜ਼ਾਂ USA ਤੋਂ ਬੋਰੋ ਕੀਤੀਆਂ? ਫੰਡਾਮੈਂਟਲ ਰਾਈਟਸ ਆਪਾਂ USA ਤੋਂ ਬੋਰੋ ਕੀਤੇ ਹੈ। ਜਿਹੜਾ ਆਫਿਸ ਆਫ ਦਾ ਪ੍ਰੈਜ਼ੀਡੈਂਟ ਹੈ ਆਪਾਂ ਉਹ ਵੀ USA ਤੋਂ ਬੋਰੋ ਕੀਤਾ। ਜਿਹੜੀ ਇੰਪੀਚਮੈਂਟ ਹੈ ਜੱਜਿਸ ਦੀ ਆਪਣੇ ਉਹ ਵੀ ਆਪਾਂ USA ਤੋਂ ਬੋਰੋ ਕੀਤੀ ਹੈ। ਸੋ ਸਾਰੀਆਂ ਗੱਲਾਂ ਆਪਾਂ ਸੋਰਸਿਸ ਆਫ ਦਾ ਕਨਸਟੀਟਿਊਸ਼ਨ ਇੱਕ ਅਲੱਗ ਟੌਪਿਕ ਹੈ ਉਹਦੇ ਵਿੱਚ ਪੜ੍ਹਦੇ ਹੁੰਦੇ ਆ। ਸੋ ਆਪਾਂ ਹੁਣ ਨੈਕਸਟ ਪੜ੍ਹਦੇ ਹਾਂ ਆਪਣਾ ਕੀ ਹੈ। ਨੈਕਸਟ ਹੈ ਜੀ ਪਾਰਟੀਸਪੇਟਰੀ ਨੋਟ ਆਰ ਐਸੋਸੀਏਟਿਡ ਵਿਦ ਵਿਚ ਵਨ ਆਫ ਦਾ ਫੋਲੋਇੰਗ। ਜਿਹੜੇ ਪਾਰਟੀਸਪੇਟਰੀ ਨੋਟ ਹੁੰਦੇ ਆ ਵੀ ਚਾਰ ਆਪਸ਼ਨ ਦੇ ਨਾਲ ਕਿਹਦੇ ਨਾਲ ਰਿਲੇਟਿਡ ਹੈਗੇ ਆ? ਇਹ ਆਪਸ਼ਨ ਹੈਗੇ ਕੰਸੋਲੀਡੇਟਿਡ ਫੰਡ ਆਫ ਦਾ ਇੰਡੀਆ। B ਹੈਗਾ ਫੋਰਨ ਇੰਸਟੀਟਿਊਸ਼ਨਲ ਇਨਵੈਸਟਰ। C ਆਪਸ਼ਨ ਹੈਗਾ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। D ਆਪਸ਼ਨ ਹੈ ਕਿਓਟੋ ਪ੍ਰੋਟੋਕੋਲ। ਜਿਹੜੇ ਪਾਰਟੀਸਪੇਟਰੀ ਨੋਟਸ ਹੈ ਉਹ ਰਿਲੇਟਿਡ ਹੈਗੇ ਆ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਦੇ ਨਾਲ।
मैं तुहानूं दसना चाहुंदा भी जिहड़ी भी अपनी फॉरन इन्वेस्टमेंट आउंदी है ਤਾਂ ਉਹਦੇ ਨਾਲ ਰਿਲੇਟਡ ਹੈਗੇ ਆ ਪਾਰਟਿਸਪੇਟਰੀ ਨੋਟਸ। ਆਪਾਂ ਥੋੜੀ ਇਹਦੇ ਅੱਗੇ ਉਹ ਵੀ ਪੜ੍ਹ ਲੈਂਦੇ ਆ। ਪਾਰਟਿਸਪੇਟਰੀ ਨੋਟਸ ਆਰ ਦ ਇੰਸਟਰੂਮੈਂਟ ਇਸ਼ੂਡ ਬਾਈ ਦ ਸੇਬੀ ਰਜਿਸਟਰਡ ਫੋਰਨ ਇੰਸਟੀਟਿਊਸ਼ਨ ਟੂ ਐਂਟੀਟੀਜ਼ ਦੈਟ ਵਾਂਟ ਟੂ ਇਨਵੈਸਟ ਇਨ ਇੰਡੀਅਨ ਮਾਰਕੀਟ ਬਟ ਡੂ ਨਾਟ want to directly register with the market. This result in the concealment of the investor identity. मैं ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵੀ ਜਿੰਨੇ ਵੀ ਆਪਣੇ ਨਾਲ ਜਾਂ ਕਹਿ ਸਕਦੇ ਸੇਬੀ ਦੇ ਨਾਲ ਜਿੰਨੀਆਂ ਵੀ ਫੋਰਨ ਐਂਟੀਟੀਜ਼ ਰਜਿਸਟਰ ਹੈ ਉਹਨਾਂ ਨੂੰ ਸੇਬੀ ਅੱਗੇ ਜਿਹੜੇ ਕਹਿ ਸਕਦੇ ਆ ਪਾਰਟਿਸਪੇਟਰੀ ਨੋਟ ਇਸ਼ੂ ਕਰਦੀ ਹੈ ਵੀ ਅੱਗੇ ਵੀ ਵੇਚ ਸਕਦੇ ਆ ਹੋਰ ਫੋਰਨਰਸ ਨੂੰ। ਸੋ ਜਿਹੜੇ ਹੋਰ ਫੋਰਨਰਸ ਹੋਣਗੇ ਉਹਨਾਂ ਦੀ ਆਇਡੈਂਟੀਟੀ ਕੰਸੀਲਡ ਹੋ ਜਾਂਦੀ, ਆਪਾਂ ਨੂੰ ਪਤਾ ਨਹੀਂ ਲੱਗਦੀ। ਆਪਣੇ ਨਾਲ ਜਿੰਨੇ ਵੀ ਫੋਰਨਰਸ ਜਿਹੜੀਆਂ ਵੀ ਫੋਰਨ ਕੰਪਨੀਜ਼ ਹੈ ਆਪਣੇ ਨਾਲ ਅਟੈਚ ਹੈ, ਸਿਰਫ ਆਪਾਂ ਨੂੰ ਉਹਨਾਂ ਦਾ ਪਤਾ ਹੈ ਵੀ ਅਸੀਂ ਇਹਨਾਂ ਨੂੰ ਇਸ਼ੂ ਕੀਤੇ ਹੋਏ ਆ, ਉਹ ਅੱਗੇ ਕਿਸੇ ਹੋਰ ਨੂੰ ਜਿਹਨੂੰ ਮਰਜ਼ੀ ਇਸ਼ੂ ਕਰ ਸਕਦੇ ਆ। ਸੋ ਇਹ ਹੁੰਦੇ ਫੋਰਨ ਕਹਿ ਸਕਦੇ ਪਾਰਟਿਸਪੇਟਰੀ ਨੋਟਸ। ਇਹ ਕਿੱਥੇ ਯੂਜ਼ ਕੀਤੇ ਜਾਂਦੇ ਆ? ਫੋਰਨ ਇੰਸਟੀਟਿਊਸ਼ਨ ਇਨਵੈਸਟਰ ਦੇ ਦੁਆਰਾ। ਇਹ ਕਿੱਥੇ ਯੂਜ਼ ਕੀਤੇ ਜਾਂਦੇ? ਜਿਹੜੀ ਆਪਣੀ ਸਟਾਕ ਐਕਸਚੇਂਜ ਹੈ ਉਹਦੇ ਨਾਲ ਰਿਲੇਟਡ ਹੈਗੇ ਆ ਪਾਰਟਿਸਪੇਟਰੀ ਨੋਟਸ। ਹੋਪਫੁਲੀ ਤੁਹਾਨੂੰ ਇਹ ਸਾਰਾ ਕਨਸੈਪਟ ਸਮਝ ਆ ਗਿਆ ਹੋਊਗਾ। ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਇਕੋਨਮੀ ਪੜ੍ਹਨਾ ਚਾਹੁੰਦੇ ਹੋ ਤਾਂ ਜਿਹੜੇ ਸਾਡੇ ਇਕੋਨਮੀ ਦੇ ਲੈਕਚਰ ਹੈ ਪੇਡ ਕੋਰਸਿਸ ਦੇ ਵਿੱਚ ਉੱਥੇ ਜਾ ਕੇ ਜੁਆਇਨ ਕਰੋ, CBC ਐਪ ਨੂੰ ਡਾਊਨਲੋਡ ਕਰੋ। ਸੋ ਅੱਜ ਲਈ ਇੰਨਾ ਹੀ, ਬਾਕੀ ਅੱਗੇ ਦਾ ਲੈਕਚਰ ਅਸੀਂ ਕੱਲ੍ਹ ਕੰਟੀਨਿਊ ਕਰਾਂਗੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਆਪਣੇ ਰਿਵਿਊਜ਼ ਜ਼ਰੂਰ ਦੇਣਾ, ਜੋ ਵੀ ਲੈਕਚਰਸ ਦੇ ਬਾਰੇ ਤੁਹਾਡੇ ਰਿਵਿਊਜ਼ ਹੈ, ਚਾਹੇ ਪੋਜ਼ੀਟਿਵ ਹੈ ਚਾਹੇ ਨੈਗੇਟਿਵਸ ਹੈ, ਉਹ ਕਮੈਂਟ ਸੈਕਸ਼ਨ ਦੇ ਵਿੱਚ ਡਰੋਪ ਕਰੋ। ਅਤੇ CBC ਐਗਜ਼ਾਮ ਗੁਰੂ ਐਪ ਨੂੰ ਜਾ ਕੇ ਡਾਊਨਲੋਡ ਕਰੋ। ਸੋ ਥੈਂਕ ਯੂ ਸੋ ਮਚ।